ਧਨਾਸਰੀ। ਮਹੱਲਾ ਚੌਥਾ। ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲ ਲਾਤੀ। ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵੋ ਹਰ ਨਿਮਖਾਤੀ। ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲ ਲਾਤੀ। ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵੋ ਹਰ ਨਿਮਖਾਤੀ। ਹਰ ਬਿਨ ਰਹਿ ਨ ਸਕੋ ਇਕ ਰਾਤੀ, ਜਿਉ ਬਿਨ ਅਮਲ ਅਮਲੀ ਮਰ ਜਾਈ ਹੈ। ਤਿਉ ਹਰ ਬਿਨ ਹਮ ਮਰ ਜਾਤੀ। ਰਹਾਉ ਤੁਮ ਹਰ ਸਰਵਰ ਆਤੇ ਅਗਾਹੋ, ਹਮ ਲਹ ਨ ਸਕ ਹੈ ਅੰਤ ਮਾਤੀ। ਤੂੰ ਪਰੈ ਪਰੈ ਅਪਰੰਪਰ ਸੁਆਮੀ, ਮਿਤ ਜਾਨੋ ਆਪਨ ਗਾਤੀ। ਹਰ ਕੇ ਸੰਤ ਜਨਾ ਹਰ ਜਪਿਓ, ਗੁਰ ਰੰਗ ਚਲੂਲੈ ਰਾਤੀ। ਹਰ ਹਰ ਭਗਤ ਬਣੀ ਅਤ ਸੋਭਾ, ਹਰ ਜਪਿਓ ਤਮ ਪਾਤੀ। ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੈ ਭਾਤੀ। ਨਾਨਕ ਜਨ ਤੁਮਰੀ ਸਰਨਾਈ, ਹਰ ਰਾਖੋ ਲਾਜ ਪਗਾਤੀ। ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੈ ਭਾਤੀ। ਨਾਨਕ ਜਨ ਤੁਮਰੀ ਸਰਨਾਈ, ਹਰ ਰਾਖੋ ਲਾਜ ਪਗਾਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ, ਗੁਰਗੱਦੀ ਤੇ ਸੁਭਾਈਮਾਨ, ਛਤਰ ਚਬਰ ਤਖਤ ਦੇ ਮਾਲਕ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ, ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦਿਆਂ ਆਏ ਅੱਜ ਦੇ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ ਪਾਵਨ ਦਰ ਤੋਂ ਸ਼ਰਵਣ ਕਰਨਾ ਕੀਤਾ ਹੈ। ਇਹ ਪਾਵਨ ਹੁਕਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 668 ਅੰਗ ਤੇ ਸੁਭਾਈਮਾਨ ਹੈ। ਆਓ ਸੁਰਤ ਟਿਕਾਓ ਵਿੱਚ ਲਿਆਂਦਿਆਂ ਤੇ ਮਨ ਦੀ ਭਾਵਨਾ ਨੂੰ ਸ਼ਰਧਾ ਅਤੇ ਪ੍ਰੇਮ ਵਿੱਚ ਭਰਦੇ ਹਾਂ। ਇਸ ਪਾਵਨ ਸ਼ਬਦ ਨਾਲ ਜੁੜਨ ਦੇ ਲਈ ਬੜੀ ਸਾਵਧਾਨੀ ਨਾਲ ਆਪਣਾ ਆਪਾ ਟਿਕਾਈਏ। ਆਓ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ
ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ। ਸਾਰੇ ਆਖੋ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਹਰ ਹਰ ਬੂੰਦ ਭਏ ਹਰ ਸੁਆਮੀ। ਹਮ ਚਾਤ੍ਰਿਕ ਬਿਲਲ ਬਿਲ ਲਾਤੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ, ਵਾਹਿਗੁਰੂ ਜੀ ਦਾ ਨਾਮ ਸਵੰਤੀ ਬੂੰਦ ਦੀ ਤਰ੍ਹਾਂ ਮੇਰਾ ਹਿਰਦਾ ਚਾਤ੍ਰਿਕ ਦੀ ਤਰ੍ਹਾਂ। ਇਹ ਮੇਰੇ ਮਾਲਕ ਇੱਧਰ ਚਾਤ੍ਰਿਕ ਬੋਲਦਾ ਵੇਖਿਆ, ਬਾ ਵੀਹਾ ਪ੍ਰਿਓ ਪ੍ਰਿਓ ਕਰੇ ਜਲ ਨਿਧ ਪ੍ਰੇਮ ਪਿਆਰ। ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁਖ ਨਿਵਾਰਨਹਾਰ। हम चातृक हैं बबीहे दी तरह हैं। ये हकीकत है। भावें नदियाँ तलाब सरोवर पानी दे नक्का नक भरे होवन, पर बबीहे नूं आकाश विचों डिगदी बंदलां दी एक सवांती बूंद चाहिदी है जो उस दे मुख विच पए ते शांति ते तृप्ति मिल जाए। भावें चार चफेरे संसार दे तमाम सुखां दे सरोवर भरे पए ने, धन है संपदा है शोभा मान वडियाई ते उच्च पदवी भी है, पर ऐ मेरे मालिक तेरे नाम दी सवांती बूंद तो बिना मैनू तृप्ति नहीं है, मैनू शांति नहीं है। इस करके हजूर कहते ने हर हर बूंद पहे हर स्वामी। ऐ मेरे स्वामी ऐ मेरे मालिक तेरा नाम एक बूंद की तरह हम चातरक बिलल बिललाती तड़फ रहे हाँ तरस रहे हाँ, किते एक नाम की बूंद मिल जाए। हकीकत है कोई बबीहा हिरदा बन जाए। बबीहा अमृत वेला बोलिया कोई पुकारे ते सही, वाहिगुरू दे चरनां च अरदास करे अंदर दी भावना विच, ऐ मालिक रहमत कर दिओ मैं पुकार रहा हाँ, किते आप जी दे दर घर तो वाहिगुरू नाम दी बूंद मेरे हिरदे दे बबीहे नूं मिल जाए। बबीहा अमृत वेला बोलिया तां दर सुनी पुकार, मेघे नो फरमान हुआ वरसो किरपा धार। कोई अमृत वेले जग पिया मन की भावना विच पुकार करन लगा ते गुरु मेघ की तरह शब्द दी ते नाम की बूंद की वर्षा कर देंदे ने। मैं एक बेनती कर देवां, अज बबीहा बनन दी लोड़ है। चातृक ओ चातृक जिस दे अंदर बड़ी तड़फ है ना, बड़ी तांग है, ओ हिरदा जिस दे अंदर बड़ी तड़फ है। कदी सुरत विच वाहिगुरू नाम दी बूंद पै जाए। बस ऐ मेरे मालिक एक शब्द मेरा प्राण वस्त है, बहुड़ जन्म ना आवा। किनका एक जिस जी बसावै, ताकि महिमा गनी ना आवे। इस करके धन गुरु रामदास पातशाह कहते ने हम चातरक हैं बिलल बिललाती तड़फ रहे हाँ। उस तड़फ दे विच ऐ मालिक तेरा नाम एक बूंद की तरह
ਮੇਰੇ ਹਿਰਦੇ ਦੇ ਮੁਖ ਵਿੱਚ ਪੈ ਜਾਏ ਜੀ। ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ, ਮੁਖ ਦੇਵੋ ਹਰ ਨਿਮਖਾਤੀ। ਹਰ ਹਰ ਵਾਹਿਗੁਰੂ ਜੀ, ਵਾਹਿਗੁਰੂ ਜੀ ਕਿਰਪਾ ਕਰੋ, ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵੋ ਹਰ ਨਿਮਖਾਤੀ। ਮੇਰੇ ਹਿਰਦੇ ਦੇ ਮੁਖ ਵਿੱਚ, ਮਨ ਦੇ ਮੁਖ ਵਿੱਚ ਤੇ ਇਸ ਬਾਹਰ ਦੀ ਰਸਨਾ ਵਾਲੇ ਮੁਖ ਵਿੱਚ ਇੱਕ ਨਿਮਖ ਮਾਤਰ ਵੀ ਕਦੀ ਨਾਮ ਦੀ ਬੂੰਦ ਦੇ ਦਿਓ। ਆਪ ਜੀ ਦੀ ਕਿਰਪਾ ਤੋਂ ਬਿਨਾ ਨਾਮ ਨਹੀਂ ਜਪਿਆ ਜਾ ਸਕਦਾ। ਜਿਸਨੋਂ ਕਿਰਪਾ ਕਰੇ ਮੇਰੇ ਪਿਆਰੇ, ਸੋ ਜਸ ਤੇਰਾ ਗਾਵੈ। ਤੁਮਰੀ ਕਿਰਪਾ ਤੇ ਤੂੰ ਚਿਤ ਆਵੇਂ। ਕਿਰਪਾ ਕਰ ਦਿਓ, ਰਹਿਮਤ ਕਰ ਦਿਓ। ਜਿਸ ਦਿਨ ਮਾਲਕ ਦੀ ਕਿਰਪਾ ਹੋ ਜਾਏ, ਮੈਂ ਬੇਨਤੀ ਕਰਾਂ, ਨਾਮ ਜਪਣਾ ਨਹੀਂ ਪੈਂਦਾ, ਨਾਮ ਮਾਲਕ ਆਪ ਜਪਾ ਲੈਂਦਾ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੇ। ਉਹ ਨਾਮ ਆਪ ਜਪਾਉਂਦਾ ਹੈ, ਹਿਰਦੇ ਵਿੱਚ ਬੈਠ ਜਾਂਦਾ ਹੈ, ਸੁਰਤ ਉਹੋ ਜਿਹੀ ਬਣਾ ਦਿੰਦਾ ਹੈ, ਅੰਦਰ ਦੇ ਧਿਆਨ ਵਿੱਚ ਪਿਆਰ ਪੈਦਾ ਹੋ ਜਾਂਦਾ ਹੈ। ਫਿਰ ਅੰਦਰ ਦੇ ਸੁਰਤ ਦੀ ਰਵਾਨਗੀ ਨਾਮ ਵੱਲ ਐਸੀ ਤੀਵਰ ਗਤੀ ਨਾਲ ਚੱਲ ਪੈਂਦੀ ਏ, ਇੰਜ ਲੱਗਦਾ ਹੈ ਮਾਲਕ ਨੇ ਆਪ ਕਿਰਪਾ ਕਰਕੇ ਨਾਮ ਜਪਾ ਲਿਆ। ਮੈਂ ਇੰਜ ਕਹਿ ਲਈਵਾਂ, ਜਿਵੇਂ ਕਦੀ ਕਿਤੇ ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹ ਤੁਮ ਰਾਖਣ ਹਾਰੇ। ਪਾਵਕ ਸਾਗਰ ਅਥਾ ਲਹਿਰ ਮੈਂ, ਤਾਰੋ ਤਾਰਨ ਹਾਰੇ। ਐ ਮਾਲਕ ਕਦੀ ਮਾਤਾ ਦੇ ਪੇਟ ਵਿੱਚ ਵੀ ਤੇ ਆਪੇ ਨਾਮ ਜਪਾਇਆ ਸੀ ਜੀ। ਹੁਣ ਇਸ ਸੰਸਾਰ ਦੇ ਤਪਦੇ, ਸੜਦੇ, ਜਲਦੇ ਅਗਨ ਸਾਗਰ ਵਿੱਚ ਵੀ ਤੇ ਆਪ ਨਾਮ ਜਪਾ ਲਓ। ਉੱਥੋਂ ਜਠਰਾ ਅਗਨ ਤੋਂ ਰੱਖਿਆ ਸੀ ਜੀ, ਇੱਥੇ ਬਾਹਰ ਦੀ ਔਗਣ ਵਿਕਾਰਾਂ ਦੀ ਅਗਨ ਤੋਂ ਆਪ ਰੱਖ ਲੈਣਾ। ਆਪ ਜੀ ਦੀ ਕਿਰਪਾ ਹੋ ਜਾਏ ਤੇ ਮੇਰਾ ਮੁਖ ਕਦੀ ਨਾਮ ਜਪਣ ਵਿੱਚ ਚਲਾ ਜਾਏ। ਇੱਕ ਨਿਮਖਾਤੀ, ਨਿਮਖ ਮਾਤਰ, ਨਿਮੇਸ਼ ਮਾਤਰ, ਅੱਖ ਦੇ ਚਮਕਣੇ ਜਿੰਨੇ ਇੱਕ ਸੈਕਿੰਡ ਮਾਤਰ ਵੀ ਮਾਲਕ ਕਿਰਪਾ ਕਰਕੇ ਆਪਣੀ ਬਖਸ਼ਿਸ਼ ਨਾਲ ਨਾਮ ਜਪਾ ਲੇਵੋ ਜੀ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਇੱਥੇ ਰਾਤੀ ਦੇ ਅਰਥ ਨੇ ਰੱਤੀ ਭਰ। ਜ਼ਰਾ ਜਿੰਨਾ ਸਮਾਂ ਵੀ ਮੈਂ ਵਾਹਿਗੁਰੂ ਜੀ ਤੋਂ ਬਿਨਾ ਨਹੀਂ ਰਹਿ ਸਕਦਾ। ਇਹ ਸੱਚ ਹੈ, ਬਬੀਹਾ ਹੋਵੇ ਨਾਮ ਜਪਣ ਵਾਲੀ, ਸੁਰਤ ਵਾਲਾ, ਤੇ ਵਾਹਿਗੁਰੂ ਜੀ ਤੇ ਸਿਮਰਨ ਬਿਨਾ ਕਿਵੇਂ ਰਹਿ ਸਕਦਾ। ਇਸ ਕਰਕੇ ਮਾਲਕ ਰਹਿਮਤ ਕਰ ਦਿਓ, ਬਖਸ਼ਿਸ਼ ਕਰ ਦਿਓ। ਮੈਂ ਹਰੀ ਤੋਂ ਬਿਨਾ, ਵਾਹਿਗੁਰੂ ਸਿਮਰਨ ਤੋਂ ਬਿਨਾ ਇੱਕ ਰੱਤੀ ਭਰ ਵੀ, ਸੈਕਿੰਡ ਜਿੰਨਾ ਸਮਾਂ ਵੀ ਮੈਂ ਜੀਵਨ ਨਹੀਂ ਗੁਜ਼ਾਰ ਸਕਦਾ। ਛੋਟੀ ਜਿਹੀ ਇੱਕ ਅਰਜ਼ ਕਰਾਂਗਾ, ਸਿਮਰਨ ਤੋਂ ਬਿਨਾ ਤੇ ਇੱਕ ਸਾਹ ਵੀ ਨਹੀਂ ਚੱਲ ਸਕਦਾ। ਮਾਲਕ ਮੇਰੀ ਚੇਤਨਾ ਸਿਮਰਨ ਬਿਨਾ ਕਿਵੇਂ ਜੀ ਰਹੀ ਹੈ। ਰਹਿਮਤ ਕਰ ਦਿਓ। ਕਦਮ ਕਦਮ ਤੇ ਸਵਾਸ ਸਵਾਸ ਤੇ ਹਰ ਚੇਤਨਾ ਵਿੱਚ ਮੈਂ ਉਸ ਵਾਹਿਗੁਰੂ ਨੂੰ ਅਨੁਭਵ ਕਰਦਾ ਰਹਾ। ਮੈਂ ਇੱਕ ਬੇਨਤੀ ਕਰਾਂਗਾ, ਰਸਨਾ ਦੇ ਬੋਲ ਭਾਵੇਂ 24 ਘੰਟੇ ਨਾ ਬੋਲ ਸਕਦੇ ਨੇ, ਪਰ ਅੰਦਰ ਦੀ ਚੇਤਨਾ ਤੇ ਸੁਰਤ ਵਿੱਚ ਵਾਹਿਗੁਰੂ ਵਸ ਜਾਏ ਤੇ ਅੰਦਰ ਦੀ ਸੁਰਤ ਦੇ ਚੇਤਨਾ ਵਿੱਚ ਕਦੀ ਵਾਹਿਗੁਰੂ ਵਿਸਰਦਾ ਨਹੀਂ ਹੈ। ਇਸ ਕਰਕੇ ਮਾਲਕ ਮੈਂ ਆਪ ਜੀ ਤੋਂ ਬਿਨਾ ਇੱਕ ਨਿਮਖ ਮਾਤਰ, ਇੱਕ ਛਿਣ ਮਾਤਰ ਵੀ ਨਹੀਂ ਰਹਿ ਸਕਦਾ ਹਾਂ ਜੀ। ਜਿਉ ਬਿਨ ਅਮਲੈ ਅਮਲੀ ਮਰ ਜਾਈ ਹੈ, ਤਿਉ ਹਰ ਬਿਨ ਹਮ ਮਰ ਜਾਤੀ। ਜਿਵੇਂ ਨਸ਼ਈ ਅਮਲ ਖਾਣ ਵਾਲਾ ਅਮਲੀ ਬਣ ਜਾਂਦਾ ਹੈ। ਬੇਨਤੀ ਕਰਾਂਗਾ, ਕੁਝ ਅਰਸਾ ਲਗਾਤਾਰ ਕੋਈ ਨਸ਼ੇ ਦਾ ਸੇਵਨ ਕਰਦਾ ਹੈ, ਉਸ ਨੂੰ ਕਹਿੰਦੇ ਨੇ ਅਮਲੀ ਹੋ ਗਿਆ, ਅਮਲ ਲੱਗ ਗਿਆ, ਨਸ਼ਾ ਲੱਗ ਗਿਆ। ਉਹ
अमली जीवै अमल खाए, त्यों हर जन जीवै नाम ध्याए। हरि जन सेवक गुरसिख बंदगी वाला, कोई सिमरन नाल जुड़िया होया जिस नूं नाम दा अमल लग जाता है, उस नूं नाम तो बिना रहना मुश्किल हो जाता है। जिओ बिन अमलै अमली मर जाई है। भाई गुरदास साहब जी कहते ने अमली अमल ना छड्डई, होए रहन इकट्ठे, ज्यों जूए जुआरिए लग दाव उपट्ठे। मैं इंज कह लीवा, अमली अमल खांदियां खांदियां अपना समाजिक जीवन, आर्थिक जीवन ते धार्मिक जीवन तबाह कर लैंदा है। अमल खान नाल शरीरक जीवन का भी सत्यानाश पुटिया जाता, शरीरक जीवन भी गया, आर्थिक जीवन पैसे का नुकसान भी हो गया, समाजिक जीवन लोगों की नज़र विच भी मैं बेनती करा चंगा ना समझा गया, ते धर्म की दुनिया विच भी उजड़ पुजड़ गया। शरीरक जीवन जाए, आर्थिक जीवन जाए, समाजिक जीवन जाए, धार्मिक जीवन जाए, ये बाहर दे अमली दा हशर है। पर नाम दा अमली बन जाए तो शरीरक जीवन भी बन जाए, समाजिक जीवन भी बन जाए, तो नाम जपन वाले कोल लक्ष्मी तोट ना आवई, आर्थिक जीवन भी बन जाए तो धर्म की दुनिया विच भी परवानिया जाए। इस करके मेरे साहब कहते ने, भलिया तू अमलियां वालों कोई गल ते सुन के समझ भी उन्हां दा अमल बिना जीवन नहीं है, अमल बिना मर जाते ने। मैं बेनती करदी हां, धर्म की दुनिया विच जीण वाला नाम तो बिना भी इंज लगदा है जिवें मैं मर गया होवां। ते मैं एक धर्म ग्रंथ चों गाथा पढ़ी, दो अमलियां ने अमल खाधा, एक ने ज्यादा खा लिया, एक ने थोड़ा घट। साइकिल ते अपने साथी नूं पिछे बिठा लिया ते चल पे। हुण पिछले अमली ने जो साइकिल दे पिछे बैठा सी, ज्यादा ही अमल खाधा सी, जदा कि झटका लगा, पिछला अमली डिग पिया। साइकिल चलाउण वाले अमली नूं पता नहीं लग्या, काफ़ी अगे जाके वेख्या पिछे साथी नहीं है, साइकिल वापस मोड़िया, वो नशे विच चूर अमली सड़क दे किनारे डिगा पिया, गोडे छिले गए, कूहनियां छिलियां गईयां। हुण वो अमली साइकिल वापस लिया के वेखदा, साइकिल खिलारदा ते साथी नूं पुछदा, ओए अमलिया वो किवें है? ते पता की कहंदा, मैं साइकिल ते ठीक बैठा, तू साइकिल चलाई जा। कहंदा हद हो गई है, डिग्गा पिया, कूहनियां छिलियां पईयां, गोडे छिले पए ने, ते कह रहा मैं ठीक हाँ। ते पास एक बजुर्ग बैठा सी सड़क किनारे, वो कहंदा अमलिया ओए अमल छड्ड दे, जेड़े अमल ने तेरी मत मारी है, गोडे ते कूहनियां छिले पए ने, तेनू होश नहीं है, ते कह रहे मैं ठीक बैठा, ये अमल छड्ड दे। ते अमली पता की कहंदा, ओ बाबा ये गोडे छिले गए, कूहनियां छिलियां गईयां, कोई गल नहीं, अमल दे नशे विच ते हाँ, तू अमल छड्डण दी गल कह के मेरा दिल छिल के रख दिता। ते इंज रख लियो, वो बाहर दा अमली अमल नहीं छड्डदा। हजूर कहंदे ने, जो बिन अमल है अमली मर जाई है, त्यों हर बिन हम मर जाते। ऐसा नाम दा नशा जदों लग जाता है, मैं बेनती करा अमृत वेले उठ बैठदा है, चैन नहीं आउंदी जद तक जप न लवां। उसनूं सारा दिन वाहिगुरू वाहिगुरू दे ध्यान बिना जीवन नहीं गुजरदा। वो कहंदा मैं नाम तो बिना, सिमरन तो बिना इंज मर जांदा जिवें अमल खान वाला अमली अमल तो बिना मर जाता है। मालिक रहमत करो, नाम दा नशा लग जाए, नाम दा अमल चढ़ जाए कि मैं सिमरन करदा जावां। मैं बेनती करा जिंदगी चढ़दी कला वाली बनांदा जावां। मैं फिर अर्ज कर दियां, दुनिया दे अमल खान वाले हो, वो अमल बर्बादी है, वो अमल
ਬਰਬਾਦ ਕਰ ਦਿੰਦਾ ਹੈ, ਪਰ ਨਾਮ ਦਾ ਅਮਲ ਲੱਗ ਜਾਏ ਤੇ ਜ਼ਿੰਦਗੀ ਆਬਾਦ ਕਰ ਦਿੰਦਾ ਹੈ। ਪਰ ਅੱਜ ਲੋੜ ਹੈ ਅੰਦਰ ਦੀ ਸੁਰਤ ਨੂੰ। ਮੈਂ ਬੇਨਤੀ ਕਰਾਂਗਾ, ਸ਼ਕਤੀ ਤੇ ਹੈ ਸਰੀਰ ਵਿੱਚ ਨਾ, ਰਸਨਾ ਵਿੱਚ ਬੋਲਣ ਦੀ ਤਾਕਤ ਵੀ ਹੈ। ਭਲਿਆ ਸਰੀਰਕ ਸ਼ਕਤੀ ਕੋਲ ਹੋਵੇ, ਰਸਨਾ ਵਿੱਚ ਤੂੰ ਬੋਲ ਸਕਣ ਦੀ ਸਮਰੱਥ ਰੱਖਦਾ ਹੋਵੇਂ ਤੇ ਵਾਹਿਗੁਰੂ ਨਾ ਬੋਲੇ, ਤੇਰਾ ਅੰਦਰ ਦਾ ਧਿਆਨ ਵਾਹਿਗੁਰੂ ਨਾਲ ਨਾ ਜੁੜੇ, ਅੰਦਰੋਂ ਪਿਆਰ ਨਾ ਪਏ ਤੇ ਜੀਵਨ ਕਾਹਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇੱਕ ਗੱਲ ਲਿਖ ਗਏ, ਮਿਸ਼ਰੀ ਕਿਸੇ ਬਣਾਉਂਦਿਆਂ ਹੇਠਾਂ ਜਦੋਂ ਕੜਾਹੀ ਲਾਹੀ, ਕੋਲੇ ਕੋਲੇ ਖੰਡ ਹੋ ਗਈ, ਵੇਖ ਵੇਖ ਪਛਤਾਹੀ। ਖੰਡ ਪਾਈ, ਪਾਣੀ ਪਾਇਆ, ਕੜਾਹੀ ਵਿੱਚ ਰੱਖ, ਅੱਗ ਬਾਲ, ਸੇਕ ਦਿੰਦਾ ਗਿਆ, ਪਰ ਮਿਸ਼ਰੀ ਬਣਾਉਣ ਦੀ ਜਾਚ ਨਹੀਂ ਸੀ। ਤੇ ਭਾਈ ਸਾਹਿਬ ਜੀ ਕਹਿੰਦੇ ਨੇ, ਕੋਲੇ ਕੋਲੇ ਖੰਡ ਹੋ ਗਈ, ਵੇਖ ਵੇਖ ਪਛਤਾਹੀ। ਇਹ ਭੋਲੇ ਜਿਸ ਸੇਕ ਨਾਲ ਸੀ ਮਿਸ਼ਰੀ ਸ਼ਰਬਤ ਬਣਨਾ, ਤਾਰ ਸੰਜਾਤੀ ਨਹੀਂ ਉਸ ਦੀ, ਸਿਆਣ ਬਿਨਾ ਸੁੱਖ ਨਹੀਂ। ਭਲਿਆ ਤੈਨੂੰ ਤਾਰ ਨਹੀਂ ਵੇਖਣੀ ਆਈ, ਧਿਆਨ ਚ ਰੱਖ ਲਿਓ। ਚਾਸਨੀ ਬਣ ਜਾਂਦੀ ਤੇ ਹਲਵਾਈ ਲੋਕ, ਮਿਸ਼ਰੀ ਬਣਾਉਣ ਵਾਲੇ ਲੋਕ, ਇਸ ਕਸਬ ਦੇ ਕਿਰਤੀ ਲੋਕ, ਉਹ ਵੇਖ ਲੈਂਦੇ ਨੇ ਵੀ ਤਾਰ ਬਣਨ ਲੱਗ ਪਈ ਕਿ ਨਹੀਂ ਬਣਨ ਲੱਗ ਪਈ। ਭਲਿਆ ਉਧਰ ਤਾਰ ਦੀ ਸੰਜਾਨ ਨਾ ਹੋਵੇ ਤੇ ਪਾਈ ਖੰਡ ਕੋਲੇ ਕੋਲੇ ਹੋ ਜਾਂਦੀ, ਮਿਸ਼ਰੀ ਨਹੀਂ ਬਣਦੀ। ਭਲਿਆ ਤੇਰੇ ਜੀਵਨ ਵਿੱਚ ਵੀ ਰੱਬ ਵੱਲੋਂ ਮਿਲੀ ਸ਼ਕਤੀ, ਉਸ ਦੀ ਮਿਲੀ ਤਾਕਤ ਨੂੰ ਜੇ ਤੂੰ ਸਹੀ ਵਰਤੋਂ ਕਰਕੇ ਪਹਿਚਾਨਿਆ ਨਹੀਂ, ਇੰਜ ਕਹਿ ਲੇਵਾਂ ਜੇ ਸੁਰਤ ਦੀ ਤਾਰ ਨੂੰ ਕਰਤਾਲ ਨਾਲ ਜੋੜਿਆ ਨਹੀਂ ਤੇ ਜੀਵਨ ਵੀ ਬਸ ਕੋਲੇ ਬਣ ਜਾਂਦਾ। ਇਸ ਕਰਕੇ ਕਈਆਂ ਲੋਕਾਂ ਨੂੰ ਰੂਪ ਵੇਖਣ ਦਾ ਨਸ਼ਾ ਲੱਗ ਜਾਂਦਾ ਹੈ। ਧਿਆਨ 'ਚ ਰੱਖ ਲਿਓ, ਅਫੀਮ ਦਾ ਨਸ਼ਾ, ਸ਼ਰਾਬ ਦਾ ਨਸ਼ਾ, ਭੰਗ ਦਾ ਨਸ਼ਾ ਇਤਿਆਦਿਕ ਤੇ ਨਸ਼ੇ ਹੈ ਨਹੀਂ। ਭਈ ਕਈ ਲੋਕ ਬਾਹਰ ਦਾ ਇਹ ਨਸ਼ਾ ਤੇ ਸੇਵਨ ਨਹੀਂ ਕਰਦੇ, ਕਈਆਂ ਨੂੰ ਖਾਣ ਦਾ ਨਸ਼ਾ ਹੈ, ਕਈਆਂ ਨੂੰ ਵੇਖਣ ਦਾ ਨਸ਼ਾ ਹੈ। ਧਿਆਨ 'ਚ ਰੱਖ ਲਿਓ, ਕਈਆਂ ਨੂੰ ਸੁਣਨ ਦਾ ਨਸ਼ਾ ਲੱਗ ਜਾਂਦਾ ਤੇ ਕਈਆਂ ਨੂੰ ਨਿੰਦਿਆ ਦਾ ਨਸ਼ਾ ਲੱਗ ਜਾਂਦਾ। ਮੇਰੇ ਸਾਹਿਬ ਕਹਿੰਦੇ ਨੇ, ਜਿਵੇਂ ਨਿੰਦਕ ਨਿੰਦਾ ਕੀਤੇ ਬਿਨਾਂ ਨਹੀਂ ਰਹਿ ਸਕਦਾ, ਰੂਪ ਵੇਖਣ ਵਾਲਾ ਰੂਪ ਦੇ ਨਸ਼ੇ ਬਿਨਾਂ ਨਹੀਂ ਰਹਿ ਸਕਦਾ। ਭਲਿਆ ਉਹ ਵੀ ਅਮਲੀ ਨੇ, ਤੂੰ ਆ ਨਾਮ ਦਾ ਅਮਲੀ ਬਣ ਜਾ ਤੇ ਵਾਹਿਗੁਰੂ ਜਪਣ ਬਿਨਾਂ ਨਾ ਰਹਿ ਜਾ। ਬਸ ਅਮਲੀ ਦਾ ਪ੍ਰਮਾਣ ਦੇ ਕੇ ਹਜੂਰ ਕੇ ਸਮਝਾਇਆ, ਭਲਿਆ ਹਉ ਰਹਿ ਨਾ ਸਕੋ, ਉਸ ਵਾਹਿਗੁਰੂ ਦੇ ਸਿਮਰਨ ਬਿਨਾ ਮੈਂ ਰਹਿ ਨਹੀਂ ਸਕਦਾ। ਇੱਕ ਰੱਤੀ ਭਰ ਵੀ ਤਿਉ ਹਰ ਬਿਨ ਹਮ ਮਰ ਜਾਤੀ, ਵਾਹਿਗੁਰੂ ਤੋਂ ਬਿਨਾ ਮੈਨੂੰ ਮੇਰੀ ਆਤਮਕ ਮੌਤ ਲੱਗਦੀ ਹੈ। ਧਿਆਨ 'ਚ ਰੱਖਿਓ, ਇੱਕ ਮਰਨਾ ਸਵਾਸਾਂ ਦਾ ਰੁਕ ਜਾਣਾ ਹੈ, ਇੱਕ ਮਰਨਾ ਸਰੀਰਕ ਮੌਤ ਹੈ, ਇੱਕ ਮਰਨਾ ਅੰਦਰ ਦੀ ਸੁਰਤ ਦਾ ਨਾਮ ਸਿਮਰਨ ਤੋਂ ਬਿਨਾ ਰਹਿ ਜਾਣਾ, ਉਸ ਨੂੰ ਆਤਮਕ ਮੌਤ ਕਹਿੰਦੇ ਨੇ। ਸਰੀਰਕ ਜੀਵਨ ਜੀਣ ਵਾਲੇ ਬਹੁਤ ਦਿਖਣਗੇ, ਪਰ ਆਤਮਕ ਜੀਵਨ ਜੀਣ ਵਾਲੇ ਉਹ ਕੋਈ ਹੋਣਗੇ। ਜਦੋਂ ਸਾਹ ਬੰਦ ਹੋਣ ਲੱਗੇ, ਧਿਆਨ 'ਚ ਰੱਖਿਓ, ਜਦੋਂ ਸਾਹ ਬੰਦ ਹੋਣ ਲੱਗੇ ਤੇ ਦੁਨਿਆਵੀ ਭਾਸ਼ਾ ਵਿੱਚ ਕਹਿੰਦੇ ਨੇ ਮਰ ਚੱਲਿਆ। ਕੀ ਕਹਿੰਦੇ ਨੇ? ਮੈਂ ਮਰ ਚੱਲਿਆ। ਇਹ ਕਰਜ਼ ਕਰਦੇ ਆ ਜਦੋਂ ਅੰਦਰ ਦੀ ਸੁਰਤ ਦਾ ਨਾਮ ਸਿਮਰਨ ਰੂਪੀ ਸਵਾਸ ਰੁਕੇ ਤੇ ਧਰਮ ਦੀ ਦੁਨੀਆ ਵਾਲਾ ਵੀ ਕਹਿੰਦਾ ਮੈਂ ਮਰ ਚੱਲਿਆ। ਬਸ ਤਿਉ ਹਰ ਬਿਨ ਹਮ ਮਰ ਜਾਤੀ। ਰਹਾਉ ਇਹ ਸ਼ਬਦ ਦੇ ਕੇਂਦਰੀ ਭਾਵ ਨੂੰ ਪ੍ਰਤੀਕ ਰਹਾਉ ਦੇ ਬੋਲ ਸਤਿਗੁਰੂ ਉਚਾਰਨ ਕਰਦੇ ਹਨ ਜੀ। ਤੁਮ ਹਰ ਸਰਵਰ ਅਤਿ ਅਗਾਹੁ, ਹਮ ਲਹਿ ਨਾ ਸਕ ਹੈ ਅੰਤ ਮਾਤੀ। ਤੁਮ ਹਰ ਸਰਵਰ ਅਤ ਅਗਾਹ, ਹਮ ਲੈ ਨਾ ਸਕੈ ਅੰਤ ਮਾਤੀ। ਐ ਮੇਰੇ ਮਾਲਕ, ਤੁਸੀਂ ਐਸਾ ਵੱਡਾ ਸਰਵਰ ਹੋ, ਇਤਨਾ ਵੱਡਾ ਸਮੁੰਦਰ ਹੋ ਤੁਸੀਂ।
ਸਰਵਰ ਹੋ, ਇਤਨੇ ਵੱਡੇ ਸਮੁੰਦਰ ਹੋ। ਬਾਹਰ ਦੇ ਸਮੁੰਦਰ ਦਾ ਖੈਰ ਅਖੀਰਲਾ ਬੰਨਾ ਲੱਭ ਲਈਦਾ, ਪਹੁੰਚ ਜਾਈਦਾ। ਇੱਕ ਕਿਨਾਰੇ ਤੋਂ ਚੱਲਦਿਆਂ ਸਮੁੰਦਰੀ ਜਹਾਜ਼ਾਂ ਰਾਹੀਂ ਦੂਜੇ ਕਿਨਾਰੇ ਤੇ ਪੁੱਜ ਜਾਈਦਾ। ਪਰ ਤੁਸੀਂ ਇਤਨੇ ਵੱਡੇ ਸਮੁੰਦਰ ਹੋ, ਹਮ ਲੈ ਨਾ ਸਕੈਂ ਅੰਤ ਮਾਤੀ। ਅਸੀਂ ਆਪ ਜੀ ਦਾ ਅੰਤ ਨਹੀਂ ਪਾ ਸਕਦੇ ਵੀ ਕਿੱਥੋਂ ਕੁ ਤੱਕ ਵਿਆਪਕ ਹੋ। ਧਰਤ ਵਿੱਚ, ਆਕਾਸ਼ ਵਿੱਚ, ਚੰਦ ਸੂਰਜ ਵਿੱਚ, ਨਦੀਆਂ ਨਾਲਿਆਂ ਵਿੱਚ, ਤਰ੍ਹਾਂ ਤਰ੍ਹਾਂ ਦੇ ਜੀਵ ਜੰਤੂਆਂ ਵਿੱਚ, ਤਰ੍ਹਾਂ ਤਰ੍ਹਾਂ ਦੀ ਬਨਸਪਤੀ ਵਿੱਚ, ਕਿਸ ਕਿਸ ਢੰਗ ਨਾਲ ਆਪ ਸਾਰੇ ਸੰਸਾਰ ਵਿੱਚ ਸਮਾਏ ਹੋਏ ਹੋ। ਪਾਤਸ਼ਾਹ, ਮੈਂ ਮਛਲੀ ਕੈਸੇ ਅੰਤ ਲਹਾਂ, ਮੈਂ ਤੇ ਇੱਕ ਮੱਛੀ ਦੀ ਤਰ੍ਹਾਂ ਹਾਂ। ਆਪ ਜੀ ਦੇ ਇਤਨੇ ਵੱਡੇ ਸੰਸਾਰਕ ਕੁਦਰਤ ਦੇ ਅਨੰਤ ਪਸਾਰੇ ਨੂੰ ਮੈਂ ਕਿਵੇਂ ਜਾਣ ਸਕਦਾ। ਕਿਵੇਂ ਇੱਕ ਬੀਜ ਤੋਂ, ਹੈ ਤੇ ਛੋਟਾ ਜਿਹਾ ਬੀਜ ਸੀ ਨਾ, ਉਸ ਨੂੰ ਖੋਲ ਕੇ ਵੇਖ ਲਓ, ਉਸ ਦਾ ਪਰਦਾ ਉਤਾਰ ਕੇ ਵੇਖ ਲਓ, ਕਿੰਨਾ ਕੁ ਕੁਝ ਹੈ, ਕੁਝ ਵੀ ਨਹੀਂ ਹੈ। ਬੋਹੜ ਦਾ ਬੀਜ, ਮੈਂ ਬੇਨਤੀ ਕਰਾਂਗਾ, तमाम वनस्पति दे पौदियां दे बीज चों एक बोड़ दा बीज ऐसा है जिहड़ा बहुत छोटा है, कसकास दे दाने जिन्ना बरीक। हजूर ने बाणी विच लिखिया है, बटक बीज मैं रव रहे हो। बटक बोड़ दा बीज, इतना वड्डा बोड़ उस विच समोया होया है। बटक बीज मैं रव रहे हो, जाको तीन लोक विस्तार। वो तिन्ना लोकां दे इतने विस्तार नूं आप जी ने अपनी अमोलक नाम दी सूक्ष्म जी शक्ति विच समोया होया है। मैं किवें जान सकदा इस कसकास दे सूक्ष्म जे बीज विच इतना वड्डा बोड़ जिहड़ा कई एकड़ां विच फैल जाण वाला दरखत है। मैं बेनती करांगा, तमाम दरख्तां चों सब तो फैलाव वाला अगर दरख्त है तो बोड़ दा। अगर इस नूं कट्टिया ना जाए, अगां अगां मैं बेनती करांगा टाणे वधदे जांदे ते कमाल दी कला यह है, जेड़ा जेड़ा टाणा वड्डा हुंदा जांदा उस दियां जड़ां निकलदियां। लोग कहंदे बोड़ दी दाढ़ी, ध्यान च रखियो, उस दियां जड़ां निकलदियां ते धरती ते लगा लैंदा, होर वधदा जांदा। कई एकड़ां विच फैल जाण वाला जिवें एक बोड़ दा दरखत पर छोटे जे सूक्ष्म बीज विच किवें समाया। मालिक, मैं ते तेरे एक बीज दा अंत नहीं लै सकदा। अनंत संसार विच आप जी ने कितना विस्तार कीता है। हकीकत यह है, कदी किसे, मैं बेनती करदे हां, गुलाब दे बीज नूं देखियो ते सही, उस बीज विच खुशबू नहीं है। ते जेड़ी धरती विच बीजिया उस मिट्टी नूं सुंघ के वेखियो, उस विच भी खुशबू नहीं है। पर कैसी करते दी कला है, वो बीज ज्यों धरती विच गया पौधा बनिया, वो खुशबू कित्थों आ गई? करता वो तेरी रहमत दी कला है। मैं अपनी मत नाल नहीं कह सकदा। ये तमाम संसार दी कला विच आप जी ने कितना विस्तार किस ढंग नाल कर दिता है। तुम हर सरवर अत अगाह, अगाह जिसदा गाह नहीं पाया जा सकदा, जिसदा चार चफेरा नापिया नहीं जा सकदा, तुम इहो जे सरवर हो, हम लै ना सकें अंत माती। ऐ मेरे मालक, असी आप जी दा अंत अपनी मत नाल नहीं लै सकदे, नहीं जान सकदे। आप अनंत संसारक पसारे विच पसरे होए हो जी। तो पराय अपरंपर स्वामी, मित जानो आपन गाती। तू परै परै, अगे होर, अगे होर, अगे होर, अगे होर, अगां तो अगां हो। तू परै परै अपरंपर स्वामी, जिसदा पारावार नहीं, ऐसे आप स्वामी हो, मालिक हो।
ਮੇਰੇ ਮਾਲਕ ਹੋਣਾ, ਸਾਰੇ ਸੰਸਾਰ ਦੇ ਮਾਲਕ ਹੋਣਾ। ਮੈਂ ਬੇਨਤੀ ਕਰਦੇ ਹਾਂ, ਦੁਨੀਆ ਵਿੱਚ ਵੀ ਕੁਝ ਮਾਲਕ ਹੁੰਦੇ ਨੇ, ਕਿਸੇ ਧਨ ਦੇ ਮਾਲਕ ਹੁੰਦੇ ਨੇ, ਜ਼ਮੀਨ ਦੇ ਜਾਇਦਾਦ ਦੇ ਮਾਲਕ ਹੁੰਦੇ ਨੇ, ਕੋਈ ਕਾਰ ਦੇ ਮਾਲਕ ਹੁੰਦੇ ਨੇ। ਵੇਚ ਦਈਏ ਤੇ ਮਲਕੀਅਤ ਹੀ ਖਤਮ ਹੋ ਜਾਂਦੀ ਏ। ਧਿਆਨ 'ਚ ਰੱਖ ਲਿਓ, ਵਸਤੂ ਦਾ ਮਾਲਕ ਸੀ ਪਰ ਵੇਚ ਦਿੱਤੀ, ਹੁਣ ਮਾਲਕ ਕੋਈ ਹੋਰ, ਪਰ ਆਪ ਐਸੇ ਮਾਲਕ ਹੋ ਕਿ ਕੋਈ ਦਾਵਾ ਕਰਕੇ ਨਹੀਂ ਕਹਿ ਸਕਦਾ ਵੀ ਹੁਣ ਮੈਂ ਰੱਬ ਨੂੰ ਗੱਦੀ ਤੋਂ ਪਰਾਂ ਢਾ ਦਿੱਤਾ ਤੇ ਮੈਂ ਰੱਬ ਬਣ ਗਿਆ। ਇਹ ਤੇ ਮੱਤ ਮਾਰੀ ਜਾਏ ਤੇ ਕੋਈ ਕਹਿ ਦੇਵੇ ਵੀ ਹਮੀ ਖੁਦਾ। ਅੱਜ ਤੱਕ ਬੜੇ ਵੱਡੇ ਆਏ, ਰਾਜੇ ਆਏ, ਸਿਕੰਦਰ ਆਏ, ਬੜੇ ਜਿਨ੍ਹਾਂ ਦਾ ਕੀ ਨਾਮ ਲਈਏ। ਰਾਜਾ ਸਮਰਕੰਦ ਘੋੜੇ ਤੇ ਸਵਾਰ ਹੋ ਕੇ ਜਾ ਰਿਹਾ ਸੀ। ਅੱਗੇ ਸਾਈਂ ਬਹਿਲੋਲ ਇੱਕ ਕਬਰ ਪੁੱਟ ਰਿਹਾ ਸੀ ਤੇ ਰਾਜਾ ਸਮਰਕੰਦ ਨੇ ਘੋੜਾ ਰੋਕਿਆ ਤੇ ਕਹਿੰਦਾ, ਉਹ ਸਾਈਂ ਐ ਬਹਿਲੋਲ, ਤੂੰ ਇਸਲਾਮ ਧਰਮ ਦੇ ਵਿਰੁੱਧ ਐਡਾ ਵੱਡਾ ਕਦਮ ਉਠਾ ਰਿਹਾ, ਜਿਸ ਨੂੰ ਕਬਰ ਵਿੱਚ ਦਬਾ ਦਈਏ, ਦੁਬਾਰਾ ਉਸ ਨੂੰ ਖੋਲਣ ਦੀ, ਖੋਦਣ ਦੀ ਕਿਸੇ ਦੀ ਹਿੰਮਤ ਨਹੀਂ ਹੁੰਦੀ, ਤੂੰ ਕੀ ਕਰ ਰਿਹਾ ਹੈ? ਤੇ ਜਦੋਂ ਇੰਜ ਕੁਛ ਸਖਤ ਬੋਲੇ ਨਾ, ਤੇ ਅੱਗੋਂ ਪਤਾ ਕੀ ਕਹਿੰਦਾ, ਤੇਰੇ ਵਰਗੇ ਐਸੇ ਕਾਫਰ ਨੂੰ, ਹੈ ਤੇ ਤੂੰ ਇਸਲਾਮ ਦਾ, ਪਰ ਤੇਰੇ ਵਰਗੇ ਐਸੇ ਕਾਫਰ ਨੂੰ ਮੇਰਾ ਜੀ ਚਾਹੁੰਦਾ ਤੈਨੂੰ ਫਾਂਸੀ ਲਟਕਾ ਦਿਆਂ। ਕੀ ਪਿਆ ਕਰਦਾ? ਤੇ ਅੱਗੋਂ ਸਾਈਂ ਬਲੋਲ ਨੇ ਦੋ ਸ਼ਬਦ ਆਖੇ, ਐ ਰਾਜਾ ਸਮਰਕੰਦ, ਤੇਰੇ ਵਰਗੇ ਹੰਕਾਰ ਵਿੱਚ ਭਰੇ ਹੋਏ ਹੰਕਾਰੀਆਂ ਦਾ ਮੈਂ ਅੰਤਮ ਹਸ਼ਰ ਦੇਖ ਰਿਹਾ। ਇੱਕ ਦਿਨ ਖਾਕ ਵਿੱਚ ਮਿਲਾ ਦਿੱਤੇ ਜਾਓਗੇ ਤੇ ਕੀੜੇ ਪੈਦਾ ਹੋਣਗੇ। ਅੱਜ ਉਹ ਬਾਦਸ਼ਾਹ ਲੋਕ, ਉਹ ਰਾਜਾ ਲੋਕ, ਉਹ ਸੰਸਾਰੀ ਲੋਕ ਜੋ ਆਪਣੇ ਆਪ ਨੂੰ ਸੁਆਮੀ ਜਾਣਦੇ ਨੇ, ਮਾਲਕ ਜਾਣਦੇ ਨੇ, ਪਤਾ ਨਹੀਂ ਇੱਕ ਦਿਨ ਹਸ਼ਰ ਕੀ ਹੋਣਾ। ਇਸ ਕਰਕੇ ਅੱਜ ਤੇ ਅਰਦਾਸ ਹੀ ਕਰ ਦਈਏ, जितने पातशाह, शाह, राजे, खान, उमराव, सिकदार हैं, तितने सब हर के किए। जो किश हर करावै सो ओए कर हैं, सब हर के अर्थिए। ऐ मालिक रहमत करो अज दी हकूमत नूं, ओ राजे लोगां नूं आप ही अंदर बैठ के मत दिओ कि पब्लिक दा, संसारी लोगां दा, किरतियां दा, किसानां दा ਉਹ ਭਲਾ ਕਰ ਸਕਣ, ਉਹਨਾਂ ਦਾ ਬੁਰਾ ਨਾ ਕਰਨ, ਪਰ ਉਹਨਾਂ ਦੀ ਮੱਤ ਵਿੱਚ ਮਾਲਕ ਆਪ ਬੈਠ ਜਾਓ। ਚੂੰਕਿ ਰਾਜਿਆਂ ਦੇ ਵੀ ਤੇ ਸੁਆਮੀ ਆਪ ਹੋਣਾ, ਉਹ ਭਾਵੇਂ ਸੁਆਮੀ ਬਣਨ ਪਰ ਅਸਲ 'ਚ ਸੁਆਮੀ ਤੇ ਇੱਕੋ ਹੀ ਸੁਆਮੀ ਹੈ ਨਾ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ, ਐ ਮੇਰੇ ਮਾਲਕ ਤੂੰ ਪਰ ਅਪਰੰਪਰ ਸੁਆਮੀ, ਮਿਤ ਜਾਣੋ ਆਪਨ ਗਾਤੀ। तुमरी गत मित तुम ही जानी, मित जानो। मित दे अर्थ ने लीला, आ बनाया पसारा, संसार दा पाया खिलारा। ए मालिक इस दी हालत गाती, गत दे अर्थ ने हालत, इस संसार दी लीला दी हालत आप ही जानन वाले हो। किवें बनाया जे, किवें चला रहे हो, किवें इस नूं टिकाया होया जे। मेरी मत विच ये समझ आउणी औखी है। मैं आखां ये इंज संसार बनाया जे, नहीं मालिक मित जानो आपन गाती, अपनी गत मित आप ही जानो जी। हर के संत जना हर जपियो, गुर रंग चलूलै राती। ਜਦੋਂ ਗੁਰੂ ਚਲੂਲਾ ਰੰਗ ਚਾੜ ਦਿੰਦਾ, ਗੂੜਾ ਰੰਗ, ਪੱਕਾ ਰੰਗ ਜਿਹੜਾ ਉਤਰੇ ਕਦੀ ਨਾ, ਬਸ ਉਹ ਫਿਰ ਹਾਰ ਕੇ ਸੰਤ ਜਨਾ ਹਰ ਜਪਿਓ। ਉਹ ਜਿਹੜੇ ਹਾਰ ਕੇ ਸੰਤ ਨੇ, ਵਾਹਿਗੁਰੂ ਦੇ ਸਿਮਰਨ ਵਾਲੇ ਨੇ, ਮੈਂ ਬੇਨਤੀ ਕਰਦੀ ਹਾਂ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਉਹ ਜੋ ਐਸੇ ਸਿਮਰਨ ਅਭਿਆਸੀ ਨੇ, ਉਹ ਸੰਤ ਜਨ ਪਾਤਸ਼ਾਹ ਜੀ ਜਿਨ੍ਹਾਂ ਨੇ ਹਰੀ ਜਪਿਆ ਤੇ ਗੁਰੂ ਦੀ ਕਿਰਪਾ ਨਾਲ ਜਪਿਆ। ਬਸ ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ, ਦੀਪਕ ਪ੍ਰਕਾਸ਼ ਪ੍ਰੀਤ ਘਟੈ ਨਾ ਪਤੰਗ ਕੀ।
कुसुम सुबास जैसे तृप्ति ना महदप को, उडत आकाश आस कटै ना कुरंग की, कटा कनकोर मोर चातरक हृदय उलास, नाद बाद सुन रति कटै ना कुरंग की, तैसे प्रिया प्रेम रस रसक रसाल संत, तृष्णा घटत ना परबल अंग अंग की। भाई गुरदास साहब जी ने किन्ने ही प्रमाण दे के अखीर गल इत्थे मुकाई है भी वाहिगुरु दे संत जन वो वाहिगुरु नाल प्यार करते ने, उस नूं अपना प्यारा बना लेंदे ने, उस दा जप जपदे ने, ते फिर हर के संत जना हर जपियो। किवें गुर रंग चलूला राती, गुरु ने चलूला रंग गूढ़ा रंग पक्का रंग नाम दा लाल रंग वो ऐसा चाड़ दिता कि जिस दे नाल ये जीवन राती कहिए रत्ता गया, वाहिगुरु दे प्यार विच भिज गया। तैसे प्रिया प्रेम रस रसक रसाल संत, तृष्णा घटत ना परबल अंग अंग की। ये सच है दुनियावी लोगों की धन की संसार की तृष्णा घटती नहीं, तो बंदगी वाले दी सिमरन की तृष्णा घटती नहीं। वो नाम दा सिमरन दा जप दा अंदर इतना भाव बना लेंदा है भी दिन रात ये तृष्णा बन जाती है। मैं बेनती करा, एक तृष्णा मनुख नूं भुखियां कर देंदी है, नाम की तृष्णा लग जाए तो मनुख नूं सदा लई रजा देंदी है। इस करके मालिक रहमत करते ने, गुरु ने रंग चाड़ दिता। अज धन गुरु ग्रंथ साहब जी की संगत विच बैठे, इत्थे बार बार नाम जपन की प्रेरणा दी जा रही। नाम जपन वालियां दी बख्शिश, नाम जपन वालियां दी शोभा दसी जा रही है। तो जिवें जिवें गुरु के संग विच बैठते जाईदा, गुरु के नज़दीक हुंदे जाईदा, गुरु के उपदेश नूं हिरदे विच टकाई जाईदा है, तिवें तिवें नाम जपन विच अंदरला भाव वधदा जांदा है। ते मैं कह देवां धन गुरु ग्रंथ साहब जी ने नाम दा रंग चाढ़िया है। जिन्हां नूं चढ़ गया वो पक्का रंग चढ़ गया, लाल रंग तिसको लगा, जिसके वडभागा मैला कदे न होवे नह लागै दागा। उस अवस्था विच फिर गुरु रंग चलूलै राती दी बख्शिश हो जाती है जी। हर हर भगत बनी अत शोभा, हर जपियो उत्तम पाती। हर हर भगत भगती तत्ते नसिहारी है, हरि दी वाहिगुरु दी भगती अंदर ऐसी बन गई जिस नाल अत शोभा, मेरे लालन की शोभा, साध नवतन मन रंगी शोभा, वाहिगुरु दी शोभा, नाम जपन वाले दी भी बन गई शोभा। उसकी वडियाई बस वाह वाह करें सही जन सोहने, तिनको प्रजा पूजन आई। बस हर हर भगत बनी अत शोभा, हर जपियो वाहिगुरु ने जपिया, उत्तम पाती पत उत्तम पत बन गई, वधिया इज्जत बन गई। इज्जत तो दुनिया विच भी है, पर घटिया कुछ करके इज्जत बनाते ने लोग। ध्यान च रखियो, वो इज्जत उत्तम इज्जत नहीं है। किसी का धन खो के, किसी का हक खो के, लुट कसुट के, हेरा फेरी करके, ठगी करके कुछ बन जाना, हेरा फेरी करके कुछ बन जाना, ते लोग कहन भी बल्ले बल्ले। वो उत्तम इज्जत नहीं है। ध्यान च रखियो, घटिया इज्जत है। ये उत्तम पाती है, ये उत्तम इज्जत है। चंगा करके चंगियाई मिलनी, ये उत्तम पाती है। घटिया करके इज्जत बननी, मैं बेनती करा, वो घटिया इज्जत है। इस करके मेरे साहब कहते ने वाहिगुरु का नाम जपिया ते उत्तम पाती हो गई, उत्तम इज्जत हो गई। वो इज्जत लैंदी नहीं है। संसारक इज्जत देन वाले ही ला देंदे ने। मैं बेनती करा,
ਉਹ ਦੁਨੀਆ ਕੋਲੋਂ ਮਿਲੀ ਇੱਜ਼ਤ ਦੁਨੀਆ ਲੈ ਜਾਂਦੀ ਹੈ, ਇਹ ਰੱਬ ਦੇ ਘਰੋਂ ਮਿਲੀ ਇੱਜ਼ਤ ਰੱਬ ਲਿਜਾਂਦਾ ਨਹੀਂ ਹੈ। ਭਗਤ ਸਿਰਪਾਓ ਦਿਓ ਜਨ ਆਪਣੇ, ਪ੍ਰਤਾਪ ਨਾਨਕ ਪ੍ਰਭ ਜਾਤਾ। ਭਗਤੀ ਦੇ ਰਾਹੀਂ ਵਾਹਿਗੁਰੂ ਕੋਲੋਂ ਸਿਰਪਾਓ ਮਿਲਿਆ, ਇੱਜ਼ਤ ਮਿਲੀ। ਬਾਹਰ ਸਿਰਪਾਓ ਭਾਈ ਕਾਹਨ ਸਿੰਘ ਜੀ ਨਾਭਾ ਲਿਖਦੇ ਨੇ, ਜੋ ਸਿਰ ਤੋਂ ਲੈ ਕੇ ਪਾਉਂ ਤੱਕ ਸਰੀਰ ਦਾ ਪਰਦਾ ਬਣ ਜਾਏ ਉਹ ਕੱਪੜੇ ਦਾ ਸਿਰਪਾਓ ਹੁੰਦਾ ਹੈ। ਜੋ ਜੀਵਨ ਤੋਂ ਲੈ ਕੇ ਪਰਲੋਕ ਤੱਕ ਇੱਜ਼ਤ ਬਣ ਜਾਏ ਉਹ ਭਗਤੀ ਦਾ ਸਿਰਪਾਓ ਹੁੰਦਾ ਹੈ। ਬਸ ਹਰ ਜਪਿਓ ਉਤਮ ਪਾਤੀ, ਵਾਹਿਗੁਰੂ ਦਾ ਨਾਮ ਜਪਿਆ, ਜਿਸ ਨਾਲ ਇੱਜ਼ਤ ਉੱਤਮ ਬਣ ਗਈ, ਜੀਵਨ ਸੋਹਣਾ ਬਣ ਗਿਆ ਜੀ। ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੇ ਭਾਤੀ। ਵਾਹਿਗੁਰੂ ਠਾਕਰ ਵੀ ਆਪ ਹੈ, ਸੇਵਕ ਵੀ ਆਪ ਹੈ। ਆਪੇ ਠਾਕਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਚੂੰਕਿ ਠਾਕਰ ਵੀ ਆਪ ਤੇ ਸੇਵਕ ਦੇ ਅੰਦਰ ਬੈਠਾ ਵੀ ਆਪ, ਤੇ ਆਪ ਹੀ ਬੈਠ ਕੇ ਸੇਵਕ ਬਣਾਇਆ। ਆਪੇ ਠਾਕਰ ਆਪੇ ਸੇਵਕ, ਆਪ ਬਣਾਵੇ ਭਾਂਤੀ। ਇਹ ਭਾਂਤੀ ਤਰੀਕਾ, ਯੁਗਤੀ, ਢੰਗ ਵੀ ਉਹ ਵਾਹਿਗੁਰੂ ਆਪ ਹੀ ਬਣਾਉਣ ਵਾਲਾ ਹੈ ਜੀ। ਨਾਨਕ ਜਨ ਤੁਮਰੀ ਸਰਨਾਈ, ਹਰ ਰਾਖੋ ਲਾਜ ਪਗਾਤੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਚੌਥਾ ਜਾਮਾ ਗੁਰੂ ਨਾਨਕ ਦਾ ਫਰਮਾਨ ਕਰਦੇ ਨੇ, ਇਹ ਜਨ ਆਪ ਜੀ ਦੀ ਸ਼ਰਨ ਵਿੱਚ ਹੈ, ਹਰ ਰਾਖੋ ਲਾਜ ਭਗਾਤੀ। ਵਾਹਿਗੁਰੂ ਜੀ ਭਗਤਾਂ ਦੀ ਲਾਜ ਆਪ ਰੱਖਣਾ, ਭਗਤਾਂ ਦੀ ਇੱਜ਼ਤ ਆਪ ਬਣਾਈ ਰੱਖਣਾ। ਚੂੰਕਿ ਵਾਹਿਗੁਰੂ ਆਪਣੇ ਸੇਵਕ ਦੀ, ਆਪਣੇ ਭਗਤ ਦੀ ਇੱਜ਼ਤ ਦਿੰਦਾ ਵੀ ਆਪ ਹੈ ਤੇ ਬਣਾਈ ਵੀ ਰੱਖਦਾ ਸਦਾ ਲਈ। ਉਸ ਨੂੰ ਮੈਂ ਬੇਨਤੀ ਕਰਾਂ, ਕਦੀ ਵੀ ਬੇਇੱਜ਼ਤ ਨਹੀਂ ਹੋਣ ਦਿੰਦਾ। ਮਾਲਕ ਰਹਿਮਤ ਕਰਕੇ ਆਪਣੇ ਸੇਵਕਾਂ ਦੀ ਲਾਜਪਤ ਆਪ ਹੀ ਰੱਖਿਓ ਜੀ। ਇਹ ਪਾਵਨ ਹੁਕਮ ਦੀ ਵਿਚਾਰ ਆਓ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਛ ਬੋਲ ਸ਼ਰਵਨ ਕਰੀਏ ਜੀ। ਸ਼ਲੋਕ ਮਹੱਲਾ ਤੀਜਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਇਹ ਬਿਲਾਵਲ ਕੀ ਵਾਰ ਵਿੱਚ ਫਰਮਾਨ ਕਰਦੇ ਹਨ ਜੀ। ਆਪਣਾ ਆਪ ਨ ਪਛਾਣਈ, ਹਰ ਪ੍ਰਭ ਜਾਤਾ ਦੂਰ। ਰੱਬ ਨੂੰ ਦੂਰ ਕਿਉਂ ਜਾਣਦੇ ਨੇ? ਆਪਣੇ ਆਪੇ ਨੂੰ ਪਹਿਚਾਣਿਆ ਨਹੀਂ ਹੈ। ਮੈਂ ਬੇਨਤੀ ਕਰਾਂ, ਰੱਬ ਨੂੰ ਹੋਰ ਕਿਤੋਂ ਪਹਿਚਾਨਣ ਤੇ ਲੱਭਣ ਦੀ ਥਾਵੇਂ ਪਹਿਲਾਂ ਆਪਣੇ ਆਪੇ ਨੂੰ ਪਛਾਣਿਓ ਵੀ ਮੈਂ ਕੀ ਹਾਂ। ਸੁਨੋ ਰੇ ਤੂੰ ਕੌਣ, ਕਹਾਂ ਤੇ ਆਇਓ। ਸਮਝਣਾ ਤੂੰ ਕੌਣ ਹੈ, ਕਿੱਥੋਂ ਆਇਆ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਸੱਚ ਹੈ, ਭਾਵੇਂ ਟਾਹਣੀਆਂ ਪੱਤੇ ਨਿਕਲ ਆਉਣ, ਪਰ ਹੈ ਤੇ ਕਿਸੇ ਮੂਲ ਦੇ ਆਧਾਰ ਤੇ ਨਾ। ਭਾਵੇਂ ਅੱਜ ਸਰੀਰ ਬਣ ਗਿਆ, ਗਿਆਨ ਇੰਦਰੀਏ, ਕਰਮ ਇੰਦਰੀਏ ਬਣ ਗਏ, ਮਨ ਬੁੱਧੀ ਅੰਦਰ ਪੈ ਗਿਆ, ਪਰ ਇੱਕ ਅੰਦਰ ਮੂਲ ਤੇ ਹੈ ਹੀ ਹੈ ਨਾ, ਇੱਕ ਸ਼ਕਤੀ ਹੈ ਨਾ, ਜਿਸ ਦੇ ਆਧਾਰ ਤੇ ਤੇਰਾ ਸਵਾਸ ਸਵਾਸ ਚੱਲਦਾ ਤੇ ਰੋਮ ਰੋਮ ਬਣਿਆ ਹੋਇਆ। ਪਰ ਆਪਣਾ ਆਪ ਨਾ ਪਛਾਣੀ, ਹਰ ਭਵ ਜਾਤਾ ਦੂਰ। ਹਜੂਰ ਕਹਿੰਦੇ ਨੇ, ਮੋਹੇ ਮੋਹਿਆ ਜਾਣਾ ਦੂਰ ਹੈ, ਕਹੋ ਨਾਨਕ ਸਦਾ ਹਦੂਰ ਹੈ। ਤੂੰ ਮੋਹ ਵਿੱਚ ਮੋਇਆ ਗਿਆ, ਤੇ ਮੋਹ ਕੀ ਹੋ ਗਿਆ? ਸਰੀਰ ਪਿਆਰ ਪੈ ਗਿਆ, ਸਰੀਰ ਦੱਸਣ ਲੱਗ ਪਿਆ, ਰੱਬ ਦਾ ਪਰਦਾ ਪਾ ਲਿਆ, ਮੈਂ ਹਾਂ, ਇਹ ਸੰਸਾਰ ਹੈ। ਇਸ ਕਰਕੇ ਸਾਹਿਬ ਕਹਿੰਦੇ ਨੇ, ਆਪਣਾ ਆਪ ਨਾ ਪਛਾਣਈ, ਹਰ ਪ੍ਰਭ ਜਾਤਾ ਦੂਰ। ਰੱਬ ਨੂੰ ਹੁਣ ਦੂਰ ਸਮਝਦਾ ਹੈ ਜੀ। ਗੁਰ ਕੀ ਸੇਵਾ ਵਿਸਰੀ, ਕਿਉ ਮਨ ਰਹਿ ਹਜੂਰ। ਗੁਰੂ ਦੀ ਸੇਵਾ ਭੁੱਲ ਗਈ, ਤੇ ਜਦੋਂ ਸੇਵਾ ਨਹੀਂ ਕਰੇਗਾ ਵਿਸਰ ਹੀ ਗਈ, ਚੇਤਾ ਹੀ ਭੁੱਲ ਗਿਆ ਵੀ ਸੇਵਾ ਵੀ ਕਰਨੀ ਚਾਹੀਦੀ। ਸਰੀਰ ਦੀ ਬੜੀ ਸੇਵਾ ਕੀਤੀ, ਪਰਿਵਾਰ ਦੀ ਬੜੀ ਸੇਵਾ ਕੀਤੀ, ਮੈਂ ਬੇਨਤੀ ਕਰਦੀ ਹਾਂ ਸਮਾਜ ਦੀ ਬੜੀ ਸੇਵਾ ਕੀਤੀ, ਪਰ ਗੁਰੂ ਦੀ ਸੇਵਾ ਭੁੱਲ ਹੀ ਗਈ। ਤੇ ਸੱਚ ਤੇ ਹੈ ਨਾ, ਜਦੋਂ ਗੁਰੂ ਦੀ ਸੇਵਾ ਨਹੀਂ ਕਰੇਗਾ ਮਨ ਮੈਲਾ ਹੋਵੇਗਾ। ਗੁਰ ਸੇਵਾ ਤੇ ਮਨ ਨਿਰਮਲ ਹੋਵੇ, ਅਗਿਆਨ ਅੰਧੇਰਾ ਜਾਏ, ਫਿਰ ਹਾਲਤ ਹੈ। ਭਾਈ ਜੋਗਾ ਸਿੰਘ ਥਾਲੀ ਪੈ ਮਾਂਜਦੇ ਨੇ,
ਚੰਗੀ ਤਰ੍ਹਾਂ ਸਵਾਹ ਪਾ ਕੇ ਸੁਖਮਾਂਜ ਕਰਕੇ ਅੱਖਾਂ ਅੱਗੇ ਕਰਦੇ ਨੇ, ਦੁਬਾਰਾ ਫਿਰ ਸਵਾਹ ਪਾ ਲੈਂਦੇ ਨੇ, ਫਿਰ ਸੁਖਮਾਂਜ ਕਰਦੇ ਤੇ ਅੱਖਾਂ ਅੱਗੇ ਕਰ ਲੈਂਦੇ ਨੇ। ਜਦੋਂ ਤੀਜੀ ਵਾਰੀ ਫਿਰ ਰਾਖ ਪਾਈ, ਪਿੱਛੇ ਕਲਗੀਧਰ ਪਾਤਸ਼ਾਹ ਪਏ ਦੇਖਦੇ ਸਨ, ਕਹਿੰਦੇ ਭਾਈ ਜੋਗਾ ਸਿੰਘ ਕੀ ਕਰਦਾ ਜੀ? ਥਾਲੀ ਮਾਂਜਦਾ। ਸਾਹਿਬ ਕਹਿੰਦੇ ਪਹਿਲੀ ਵਾਰ ਮਾਂਜੀ ਗਈ, ਦੂਜੀ ਵਾਰੀ ਫਿਰ ਮਾਂਜੀ, ਤੀਜੀ ਵਾਰੀ ਫਿਰ ਰਾਖ ਪਾ ਲਈ। ਉਹ ਕੀ ਕਰਦਾ? ਮਹਾਰਾਜ ਥਾਲੀ ਮਾਂਜ ਕੇ ਅੱਖਾਂ ਸਾਹਵੇਂ ਕਰਦਾ, ਜਦੋਂ ਉਸ ਵਿੱਚ ਆਪਣਾ ਚਿਹਰਾ ਦੇਖਦਾ, ਲਿਸ਼ਕਦੀ ਥਾਲੀ ਵਿੱਚੋਂ ਅੰਦਰਲਾ ਆਪਾ ਬੋਲਦਾ, ਮੈਂ ਜੋਗਾ ਸਿੰਘ, ਮੈਂ ਜਾਣਿਆ ਥਾਲੀ ਮਾਂਜੀ ਗਈ, ਦਿਲ ਅਜੇ ਵੀ ਮੈਲਾ, ਪਾਤਸ਼ਾਹ ਕਿਰਪਾ ਕਰ ਦਿਓ, ਮੈਂ ਥਾਲੀ ਮਾਂਜ ਸਕਦਾ, ਤੁਸੀਂ ਮੇਰਾ ਦਿਲ ਸਾਫ਼ ਕਰ ਦਿਓ ਕਿ ਆਪਾ ਦਿਸ ਜਾਏ ਤੇ ਅੰਦਰ ਗੁਰੂ ਦਿਸ ਜਾਏ ਤੇ। ਪਰ ਗੁਰ ਕੀ ਸੇਵਾ ਵਿਸਰੀ ਕਿਉਂ ਮਨ ਰਹਿ ਹਜੂਰ। ਹਜੂਰ ਕਹਿੰਦੇ ਨੇ ਤੈਨੂੰ ਗੁਰੂ ਦੀ ਸੇਵਾ ਵਿਸਰ ਗਈ, ਇਹ ਮਨ ਹਜੂਰ ਕਿਵੇਂ ਰਹੇਗਾ? ਗੁਰੂ ਦੀ ਸੇਵਾ ਕਰ, ਨਿਰਮਲ ਹੋ ਜਾਏ ਮਨ, ਗੁਰੂ ਦੇ ਵੀ ਹਜੂਰ ਰਹੇ, ਰੱਬ ਨੂੰ ਵੀ ਤੂੰ ਦੇਖਣ ਦੀ ਅੰਦਰ ਕਾਬਲੀਅਤ ਪ੍ਰਾਪਤ ਕਰ ਸਕੇ ਜੀ। ਮਨ ਮੁਖ ਜਨਮ ਗਵਾਇਆ, ਝੂਠਾ ਲਾਲਚ ਕੂਰ। ਜਨਮ ਗਵਾਉਣਾ ਨਹੀਂ, ਮੈਂ ਬੇਨਤੀ ਕਰਾਂ, ਜਨਮ ਨੂੰ ਬਚਾਉਣਾ। ਮਨਮੁਖ ਜਨਮ ਗਵਾਇਆ, ਕਿਵੇਂ ਜਨਮ ਗਵਾਇਆ? ਰੈਨ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਮੈਂ ਬੇਨਤੀ ਕਰਾਂਗਾ, ਗੁਰਸਿੱਖ ਵੀ ਸੌਂਦਾ ਹੈ, ਉਹ ਵੀ ਖਾਂਦਾ ਹੈ, ਪਰ ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ, ਵਿੱਚੇ ਹੋਵੇ ਮੁਕਤ। ਤੂੰ ਖਾ ਪਰ ਰੱਬ ਨੂੰ ਚੇਤੇ ਕਰਕੇ ਖਾ, ਤੇਰਾ ਖਾਦਾ ਤੈਨੂੰ ਗਵਾਏਗਾ ਨਹੀਂ। ਮੈਂ ਬੇਨਤੀ ਕਰਾਂ, ਤੂੰ ਸੌਂ, ਪਰ ਸੌਣ ਲੱਗਿਆ ਰੱਬ ਨੂੰ ਚੇਤੇ ਕਰਕੇ ਸੌਂ। ਸੌਖਾ ਜਿਹਾ ਤਰੀਕਾ ਦੱਸ ਦਿੱਤਾ, ਤੇਰੀ ਰਾਤ ਬਚ ਜਾਏਗੀ। ਪਰ ਮਨਮੁਖ ਜਨਮ ਗਵਾਇਆ, ਝੂਠਾ ਲਾਲਚ ਕੂੜ। ਝੂਠ ਵਿੱਚ, ਲਾਲਚ ਵਿੱਚ ਤੇ ਕੂੜ ਵਿੱਚ ਜਨਮ ਗਵਾ ਲਿਆ। ਭਲਾ ਘਰ ਦਾ ਕੂੜਾ ਇਕੱਠਾ ਕਰਕੇ ਘਰੋਂ ਬਾਹਰ ਸੁੱਟਣਾ ਚਾਹੀਦਾ ਕਿ ਘਰ ਸੰਭਾਲ ਲਈਦਾ? ਧਿਆਨ 'ਚ ਰੱਖਿਓ, ਉਹਨੂੰ ਕੂੜਾ ਕਹਿੰਦੇ ਨੇ। ਕੂੜ ਹੈ, ਨਿਕੰਮਾ ਹੈ, ਬੇਕਾਰ ਹੈ, ਉਹ ਘਰੋਂ ਬਾਹਰ ਸੁੱਟ ਦਈਦਾ। ਭਲਿਆ ਜੋ ਜੀਵਨ ਦਾ ਕੂੜ ਹੈ ਨਾ, ਝੂਠ, ਨਿੰਦਾ, ਨਸ਼ੇ, ਵਿਕਾਰ, ਔਗਣ, ਉਹ ਕੂੜ ਹੈ। ਮੋਹ ਮਮਤਾ, ਉਹ ਕੂੜ ਹੈ, ਉਸ ਨੂੰ ਨਹੀਂ ਅੰਦਰ ਰੱਖੀਦਾ। ਪਰ ਮਨਮੁਖ ਨੇ ਜਨਮ ਗਵਾ ਲਿਆ ਝੂਠ ਵਿੱਚ, ਲਾਲਚ ਵਿੱਚ ਪੈ ਕੇ। ਇਹ ਕੂੜ ਸੀ, ਕੂੜ ਇਕੱਠਾ ਕਰਦਾ ਗਿਆ ਤੇ ਸੱਚ ਨੂੰ ਹੱਥੋਂ ਗਵਾ ਬੈਠਾ। ਮੈਂ ਬੇਨਤੀ ਕਰਦੇ ਹਾਂ, ਚੂੰਕਿ ਵਸਤੂ ਤੇ ਇੱਕ ਹੀ ਅੰਦਰ ਸੰਭਾਲੀ ਜਾਏਗੀ ਨਾ, ਚਾਹੇ ਝੂਠ ਰੱਖ ਲਓ ਚਾਹੇ ਸੱਚ ਰੱਖ ਲਓ, ਪਰ ਸੱਚ ਤੇ ਇਹ ਹੈ, ਅੱਖੀ ਕਤ ਨਾ ਸੰਜਰੈ ਤਿਨ ਔਖਾ ਰਹਿਣ ਵਿਹਾਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਜ਼ਰਾ ਕਤਰਾ ਅੱਖ ਵਿੱਚ ਪੈ ਜਾਏ, ਮੈਂ ਬੇਨਤੀ ਕਰਾਂ, ਸਾਰੀ ਰਾਤ ਚੈਨ ਨਹੀਂ ਆਉਂਦੀ। ਭਲਿਆ ਤੇਰੀ ਸੁਰਤ ਵਿੱਚ ਕੂੜ ਦਾ ਕਤਰਾ ਵੀ ਪੈ ਗਿਆ, ਤੇਰੀ ਜ਼ਿੰਦਗੀ ਦਾ ਚੈਨ ਉੱਡ ਪੁੱਡ ਜਾਣਾ। ਇਸ ਕਰਕੇ ਤੂੰ ਝੂਠੇ ਲਾਲਚ ਵਿੱਚ ਪੈ ਕੇ ਕੂੜ ਨਾ ਇਕੱਠਾ ਕਰ, ਬਲਕਿ ਅੰਦਰ ਸੱਚ ਨਾਲ ਜੋੜ। ਆਪ ਸਾਚ ਧਾਰੀ ਸਭ ਸਾਚ, ਤੇਰੀ ਰਸਨਾ ਤੇ ਸੱਚ, ਤੇਰੇ ਹਿਰਦੇ ਵਿੱਚ ਸੱਚ, ਤੇਰੀ ਸੁਰਤ ਵਿੱਚ ਸੱਚ, ਤੇਰੀਆਂ ਅੱਖਾਂ ਵਿੱਚ ਸੱਚ, ਤਾਂ ਕਿ ਉਹ ਸੱਚ ਤੈਨੂੰ ਜੀਵਨ ਬਚਾ ਜਾਵੇ। ਤੂੰ ਝੂਠ ਨਾਲ ਜੁੜਿਆ, ਜੀਵਨ ਗਵਾ ਲਿਆਈ। ਇਸ ਕਰਕੇ ਸਾਹਿਬ ਕਹਿੰਦੇ ਨੇ, ਮਨਮੁਖ ਨੇ ਜੋ ਮਨ ਨੂੰ ਮੁੱਖ ਰੱਖ ਕੇ ਚੱਲਣ ਵਾਲਾ, ਮਨ ਜੋ ਆਖਿਆ ਕਰਦੇ ਗਏ। ਇਹ ਭੁੱਲ ਹੀ ਗਏ ਵੀ ਗੁਰੂ ਕੋਲ ਆਉਣਾ। ਇਹ ਤੇ ਭਾਗਾਂ ਵਾਲੇ ਹੋ ਆਪ ਜੋ ਗੁਰੂ ਕੋਲ ਬੈਠੇ ਹੋ, ਗੁਰੂ ਕਾ ਸ਼ਬਦ ਸੁਣ ਰਹੇ ਹੋ। ਮਨਮੁਖਾਂ ਦੀ ਗੱਲ ਕੀਤੀ ਏ, ਬਹੁਤਾਤ ਗਿਣਤੀ ਐਸੇ ਲੋਕਾਂ ਦੀ ਏ ਜੋ ਮਨਮੁਖ ਨੇ, ਮਨ ਦੇ ਆਖੇ ਲੱਗ ਕੇ ਚੱਲਦੇ ਨੇ, ਜਨਮ ਗਵਾਈ ਜਾਂਦੇ ਨੇ, ਇੱਕ ਇੱਕ ਸਵਾਸ ਗਵਾਈ ਜਾਂਦੇ ਨੇ, ਤੇ ਝੂਠੇ ਲਾਲਚ ਤੇ ਕੂੜ ਵਿੱਚ ਜ਼ਿੰਦਗੀ ਬਰਬਾਦ ਕਰ ਲੈਂਦੇ ਹਨ ਜੀ। ਨਾਨਕ ਬਖਸ਼ ਮਿਲਾਇਨ ਸੱਚਾ ਸ਼ਬਦ ਹਦੂਰ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਮਾਲਕ ਬਖਸ਼ ਲਏ, ਪਿਛਲੇ ਔਗਣ ਬਖਸ਼ ਲਏ। ਪਾਤਸ਼ਾਹ ਰਹਿਮਤ ਕਰ ਦਿਓ, ਅਗਰ ਗੁਨਾਹਾਂ ਤੋਂ ਮੁਆਫੀ ਦੇ ਦਿਓ, ਬਖਸ਼ ਲਓ ਤੇ ਆਪਣੀ ਬਖਸ਼ਿਸ਼ ਕਰਕੇ ਮਿਲਾਇਨ,
ਫਿਰ ਆਪਣੇ ਆਪੇ ਦਾ ਉਹ ਜੀਵਨ ਜੋ ਕੂੜ ਨਾਲ ਮਿਲਿਆ ਹੋਇਆ ਸੀ ਉਹ ਰਹਿਮਤ ਕਰਕੇ ਫਿਰ ਮਾਲਕ ਤੁਸੀਂ ਆਪ ਨਾਲ ਮਿਲਾ ਲਵੋ ਤੇ ਫਿਰ ਕੀ ਹੋਵੇਗਾ? ਸੱਚਾ ਸ਼ਬਦ ਹਦੂਰ, ਸੱਚਾ ਵਾਹਿਗੁਰੂ ਜੀ ਦੇ ਸ਼ਬਦ ਦੇ ਰਾਹੀਂ ਗਿਆਨ ਹਾਸਲ ਕਰਕੇ ਫਿਰ ਹਦੂਰ ਹੋ ਗਿਆ। ਉਹ ਜੋ ਮਾਲਕ ਵਾਹਿਗੁਰੂ ਦੂਰ ਦਿਸਦਾ ਸੀ ਹੁਣ ਸਾਹਮਣੇ ਨਜ਼ਰ ਆਉਣ ਲੱਗ ਪਿਆ। ਮੈਂ ਬੇਨਤੀ ਕਰਦੇ ਹਾਂ, ਲਹਿਰਾਂ ਲੱਖਾਂ ਵੀ ਉੱਠਣ ਸਾਗਰ ਵਿੱਚ, ਭਲਾ ਲਹਿਰਾਂ ਸਾਗਰ ਨੂੰ ਛੁਪਾ ਲੈਂਦੀਆਂ ਨੇ? ਉਹ ਲਹਿਰਾਂ ਤੇ ਸਾਗਰ ਦਾ ਪ੍ਰਤੀਕ ਨੇ। ਭਲਿਆ ਤਮਾਮ ਸੰਸਾਰਕ ਜੀਵ ਜੰਤੂਆਂ ਦਾ ਨਜ਼ਰ ਆਉਣਾ, ਜੜ ਚੇਤਨ ਰਚਨਾ ਦਾ ਨਜ਼ਰ ਆਉਣਾ। ਕੀ ਫਿਰ ਤੈਨੂੰ ਇੰਜ ਨਹੀਂ ਲੱਗੇਗਾ ਵੀ ਇਹ ਤਮਾਮ ਸੰਸਾਰਕ ਪਸਾਰਾ ਉਸ ਕਰਤੇ ਸਾਗਰ ਦੀਆਂ ਲਹਿਰਾਂ ਹੀ ਨੇ, ਹੋਰ ਤੇ ਕੁਛ ਵੀ ਨਹੀਂ ਹੈ। ਜਲ ਤਰੰਗ ਔਰ ਫੇਨ ਬੁਦਬੁਦਾ ਜਲ ਤੇ ਭਿੰਨ ਨਾ ਹੋਈ, ਪਰ ਸੱਚਾ ਸ਼ਬਦ ਹਦੂਰ, ਸ਼ਬਦ ਦੇ ਰਾਹੀਂ ਉਸ ਸੱਚੇ ਨੂੰ ਹਦੂਰ ਵੇਖਣ ਲੱਗ ਜਾਂਦਾ। ਫਿਰ ਨਹੀਂ ਕਹਿੰਦਾ ਰੱਬ ਕਿਤੇ ਦੂਰ ਹੈ। ਧਿਆਨ 'ਚ ਰੱਖ ਲਿਓ, ਦੂਰ ਨਾ ਨੇਰਾ ਸਭ ਕੈ ਸੰਗਾ, ਸੱਚ ਸਲਾਹਨ ਨਾਨਕ ਹਰ ਰੰਗਾ। ਉਹ ਦੂਰ ਨਹੀਂ ਹੈ ਸੋ ਪ੍ਰਭ ਦੂਰ ਨਹੀਂ, ਪ੍ਰਭ ਤੂੰ ਹੈ ਸੋ ਪ੍ਰਭ ਨੇਰੇ ਹੂੰ ਤੇ ਨੇਰਾ। ਸਿਮਰ ਧਿਆਏ ਗਾਏ ਗੁਣ ਗੋਬਿੰਦ, ਦਿਨ ਰੈਨ ਸਾਂਝ ਸਵੇਰਾ। ਗਾ ਸਿਮਰ ਚੇਤਨਾ ਵਿੱਚ ਲੈ ਜਾ, ਫਿਰ ਤੈਨੂੰ ਇੰਜ ਲੱਗੇਗਾ ਵੀ ਘਰ ਵਿੱਚ ਵੀ ਤੂੰ ਤੇ ਬਾਹਰ ਵਿੱਚ ਵੀ ਤੂੰ। ਬਸ ਫਿਰ ਰਸਨਾ ਜਪਤੀ ਤੂੰ ਹੀ ਉਸ ਅਵਸਥਾ ਵਿੱਚ ਹਜੂਰ ਕਹਿੰਦੇ ਨੇ ਵਾਹਿਗੁਰੂ ਦੇ ਪਾਵਨ ਉਪਦੇਸ਼ ਗੁਰੂ ਕੇ ਸ਼ਬਦ ਰਾਹੀਂ ਉਹ ਤੈਨੂੰ ਹਦੂਰ ਦਿਖੇਗਾ, ਤੈਨੂੰ ਸਾਹਮਣੇ ਨਜ਼ਰ ਆਏਗਾ। ਫਿਰ ਇੰਜ ਕਹਿ ਲਈਏ ਉਹ ਪਰਮੇਸ਼ਵਰ ਹੈ ਤੇ ਨਿਰਗੁਣ, ਦਿਸਦਾ ਨਹੀਂ ਪਰ ਸਰਗੁਣ ਦਾ ਪਰਦਾ ਪਾ ਕੇ ਸਭ ਦੀਆਂ ਅੱਖਾਂ ਸਾਹਮਣੇ ਬੈਠਾ। ਭਲਿਆ ਦੇਖਣ ਦੀ ਕਲਾ ਗੁਰੂ ਕੋਲੋਂ ਸਿੱਖ ਲੈ। ਮੈਂ ਇੱਕ ਬੇਨਤੀ ਕਰਾਂ, ਨਿਰਗੁਣ ਆਪ, ਸਰਗੁਣ ਵੀ ਉਹੀ। ਇਹ ਸਰਗੁਣ ਵੀ ਉਹੀ ਹੈ ਜੋ ਨਿਰਗੁਣ ਨੂੰ ਪ੍ਰਗਟ ਕਰਨ ਵਾਲਾ ਹੈ। ਨਦੀਆਂ, ਸਾਗਰ, ਜੀਵ ਜੰਤੂ, ਜਲ ਥਲ ਬਨ ਪਰਬਤ ਪਤਾਲ, ਪਰਮੇਸ਼ਵਰ ਤੈ ਬਸੈ ਦਿਆਲ। ਸੂਖਮ ਅਸਥੂਲ ਸਗਲ ਭਗਵਾਨ, ਨਾਨਕ ਗੁਰਮੁਖ ਬ੍ਰਹਮ ਪਛਾਨ। ਪਹਿਚਾਨ ਲੈ ਇਹ ਸਭ ਆਪ ਹੀ ਆਪ ਪਸਰਿਆ। ਬਸ ਗੁਰੂ ਕੇ ਸ਼ਬਦ ਰਾਹੀਂ ਉਹ ਹਦੂਰ ਹੋ ਜਾਂਦਾ। ਇਹ ਸਹਿਬ ਰਹਿਮਤ ਕਰਨ, ਗੁਰੂ ਕੇ ਸ਼ਬਦ ਰਾਹੀਂ ਉਸ ਨੂੰ ਵੇਖਣ ਦੀ ਕਲਾ ਬਣ ਜਾਏ। ਮਨਮੁਖ ਨਾ ਬਣੀਏ, ਗੁਰਮੁਖ ਬਣੀਏ, ਗੁਰੂ ਵਾਲੇ ਬਣੀਏ, ਗੁਰ ਸ਼ਬਦ ਨਾਲ ਜੁੜੀਏ, ਆਪਣੀ ਸੁਰਤ ਵਿੱਚ ਵਾਹਿਗੁਰੂ ਸਮਾਈਏ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ। ਪਾਤਸ਼ਾਹ ਸੱਚੇ ਮਾਰਗ ਚੱਲਦਿਆਂ ਵਾਲਿਆਂ ਦੀ ਚੜ੍ਹਦੀ ਕਲਾ ਕਰਨਾ। ਜੋ ਮਨਮੁਖ ਨੇ, ਜੋ ਗੁਰੂ ਤੋਂ ਦੂਰ ਨੇ, ਪਾਤਸ਼ਾਹ ਉਹਨਾਂ ਨੂੰ ਸਮਤੀ ਬਖਸ਼ਿਸ਼ ਕਰਨਾ, ਉਹਨਾਂ ਅੰਦਰ ਵੀ ਧਰਮ ਦੀ ਗੱਲ ਪੈਦਾ ਹੋ ਸਕੇ ਜੀ। ਇਹਨਾਂ ਅੱਖਰਾਂ ਨਾਲ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਹਾਰਦਿਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਜੀ ਤਿੰਨਾਂ ਦਾ ਤਹਿ ਦਿਲੋਂ ਧੰਨਵਾਦ। ਸਮੁੱਚੇ ਮੈਂ ਬੇਨਤੀ ਕਰਾਂ ਗੁਰ ਸੰਗਤ, ਗੁਰ ਚਰਨਾਂ ਵਿੱਚ ਜੁੜ ਬੈਠਿਆਂ ਦਾ ਤਹਿ ਦਿਲੋਂ ਹਾਰਦਿਕ ਤੌਰ ਤੇ ਜੀ ਆਇਆਂ ਕਹਿੰਦੇ ਆ। ਧੰਨਵਾਦ। ਸਿੰਘ ਸਾਹਿਬ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ। ਦਾਸਰੇ ਦੀਆਂ ਭੁੱਲਾਂ ਦੀ ਖਿਮਾ ਕਰ ਦੇਣਾ ਜੀ। ਆਓ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਸ਼ਰਵਣ ਕਰਕੇ ਫਿਰ ਫਤਿਹ ਨਾਲ ਸਾਂਝ ਪਾਵਾਂਗੇ ਜੀ। ਮਨਮੁਖ ਜਨਮ ਗਵਾਇਆ, ਝੂਠਾ ਲਾਲਚ ਕੂਰ। ਨਾਨਕ ਬਖਸ਼ ਮਿਲਾਏ ਅਨ, ਸੱਚਾ ਸ਼ਬਦ ਹਦੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।